ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸ਼ਲੋਕ ਮਹਿਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੈ ਖਪਾਹੀ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਮਹਿਲਾ ਚੌਥਾ। ਮਨ ਮੁਖ ਮਾਇਆ ਮੋਹ ਵਿਆਪੇ, ਦੂਜੈ ਭਾਏ ਮਨੁਆ ਥਿਰ ਨਾਹੇ। ਅਨਦਿਨ ਜਲਤ ਰਹੈ ਦਿਨ ਰਾਤੀ, ਹੋਮੈ ਖਪੈ ਖਪਾਹੇ। ਅੰਤਰ ਲੋਭ ਮਹਾ ਗੁਬਾਰਾ, ਤਿਨ ਕੈ ਨਿਕਟ ਨ ਕੋਈ ਜਾਹੇ। ਹੋਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ, ਜਨਮ ਮਰੈ ਮਰ ਜਾਹੇ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਣੀ ਚਿਤ ਲਾਹੇ। ਪੌੜੀ। ਸੰਤ ਭਗਤ ਪਰਵਾਣ, ਜੋ ਪ੍ਰਭ ਪਾਇਆ। ਸਈ ਵਿਚਖਣ ਜੰਤ, ਜਿਨੀ ਹਰਿ ਧਿਆਇਆ। ਸਈ ਵਿਚਖਣ ਜੰਤ, ਜਿਨੀ ਹਰਿ ਧਿਆਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮ ਦੇ ਘਰ ਦੇ ਵਿੱਚ ਆ ਕੇ ਅੱਜ ਦਾ ਪਵਿੱਤਰ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ। ਆਓ ਪਿਆਰ ਦੇ ਨਾਲ ਪਹਿਲਾਂ ਪੰਜਾਬੀ ਮਗਰੋਂ ਅੰਗਰੇਜ਼ੀ ਦੇ ਵਿੱਚ ਉਚਾਰ ਸ਼ਰਵਣ ਕਰੀਏ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ। Today's ਹੁਕਮਨਾਮਾ is blessing from Sachkhand Sri Harmandir Sahib. Please join in to share the translation, the essence of the Hukamnama in Punjabi to start with for approximately 10 minutes, followed by English. So may Satguru bless you all. Stay tuned. ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਦੇ ਪਵਿੱਤਰ ਹੁਕਮਨਾਮੇ ਵਿੱਚ ਫਰਮਾਉਂਦੇ ਹਨ, ਗੁਰੂ ਦੇ ਦਰ 'ਤੇ ਬਹੁਤ ਸੰਗਤਾਂ ਆਉਂਦੀਆਂ ਹਨ
ਤੇ ਗੁਰੂ ਦੇ ਦਰ ਤੇ ਆਉਣ ਦਾ ਭਾਵ ਪੌੜੀ ਦੇ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਨੇ ਦਰਸਾਇਆ ਹੈ। ਸੰਤ ਭਗਤ ਪ੍ਰਵਾਨ ਜੋ ਪ੍ਰਭ ਭਾਇਆ। ਗੁਰੂ ਦੇ ਦਰ ਤੇ ਆ ਕੇ ਉਸ ਪਰਮਾਤਮਾ ਦਾ ਰੂਹਾਨੀਅਤ ਦਾ ਗਿਆਨ ਪ੍ਰਾਪਤ ਕਰਨਾ, ਉਸ ਪਰਮਾਤਮਾ ਦੇ ਨਾਲ ਪਿਆਰ ਪਾਉਣਾ ਤੇ ਸੰਤ ਬਣ ਜਾਣਾ, ਇਹ ਇੱਕ ਉਦੇਸ਼ ਹੈ। ਜਿਹੜੇ ਵੀ ਗੁਰੂ ਦੀ ਸੰਗਤ 'ਚ ਆਏ ਉਹ ਸੰਤ ਬਣ ਗਏ। ਤੇ ਗੁਰੂ ਮਹਾਰਾਜ ਨੇ ਸੰਤ ਦੇ ਨਾਲ ਨਾਲ ਸਾਨੂੰ ਸਿਪਾਹੀ ਵੀ ਬਣਾਇਆ। ਸੰਤ ਭਗਤ ਪ੍ਰਵਾਨ, ਉਹ ਭਗਤ, ਉਹ ਪਰਮਾਤਮਾ ਦਾ ਸੰਤ ਪ੍ਰਵਾਨ ਹੈ ਜਿਹੜਾ ਪਰਮਾਤਮਾ ਨੂੰ ਚੰਗਾ ਲੱਗਦਾ। ਕਿਉਂਕਿ ਦੁਨੀਆ ਦੇ ਵਿੱਚ ਬਹੁਤ ਲੋਕਾਂ ਨੇ ਆਪਣੇ ਆਪਣੇ ਸੰਤਾਂ ਨੂੰ ਚੁਣਿਆ ਹੋਇਆ, ਥਾਪਿਆ ਹੋਇਆ ਵੀ ਇਹ ਮੇਰਾ ਸੰਤ ਆ, ਇਹ ਮੇਰਾ ਬਾਬਾ। ਪਰ ਸਾਨੂੰ ਨਹੀਂ ਪਤਾ ਸਾਧ ਸੰਗਤ ਜੀ, ਕਿਹੜਾ ਇਨਸਾਨ, ਕਿਹੜਾ ਭਗਤ ਪਰਮਾਤਮਾ ਨੂੰ ਭਾਉਂਦਾ। ਇੱਕ ਹੋਰ ਜਿਹੜੀ ਬਹੁਤ ਮਹੱਤਵਪੂਰਨ ਗੱਲ ਹੈ, ਸੋਝੀ ਮਹਾਰਾਜ ਨੇ ਬਖਸ਼ੀ ਹੈ। ਗੁਰਦੁਆਰੇ ਆ ਕੇ ਹਰ ਗੁਰਸਿੱਖ ਅਰਦਾਸ ਕਰੇ ਪਏ, ਮਾਲਕਾ ਮੈਨੂੰ ਵੀ ਆਪਣਾ ਭਗਤ ਬਣਾ ਲੈ, ਮੈਨੂੰ ਵੀ ਆਪਣਾ ਸੰਤ ਬਣਾ। ਸੰਤ ਬਣੇ ਬਗੈਰ, ਬ੍ਰਹਮ ਗਿਆਨੀ ਬਣੇ ਬਗੈਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਮੰਗਣਾ ਚਾਹੀਦਾ, ਸਾਡੀ ਲੋੜ ਹੈ। ਸਹੀ ਵਿਚਖਣ ਜੰਤ ਜਿਨੀ ਹਰ ਤੇ ਆਇਆ। ਵਿਚਖਣ ਭਾਵ ਗਿਆਨ ਭਰਪੂਰ ਤੇ ਸਿਆਣੇ। ਉਹ ਜੰਤ, ਉਹ ਮਨੁੱਖ ਬਹੁਤ ਸਿਆਣੇ ਨੇ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਹਮੇਸ਼ਾ ਹਮੇਸ਼ਾ ਧਿਆਨ ਦੇ ਵਿੱਚ ਰੱਖਿਆ। ਜਿੱਦਾਂ ਇੱਕ ਮਾਂ ਆਪਣੇ ਬੱਚੇ ਨੂੰ ਧਿਆਨ ਦੇ ਵਿੱਚ ਰੱਖਦੀ ਹੈ। ਜਦੋਂ ਬੱਚਾ ਛੋਟਾ ਹੁੰਦਾ ਤੇ ਮਾਂ ਮੋਨੀਟਰ ਲਾ ਦਿੰਦੀ ਆ ਵੀ ਜਿੱਥੇ ਬੱਚਾ ਸੁੱਤਾ ਹੈ ਉੱਥੇ ਮੋਨੀਟਰ ਲਾ ਦਿਓ। ਭਾਵੇਂ ਮਾਂ ਕਿਤੇ ਵੀ ਹੋਏ, ਧਿਆਨ ਬੱਚੇ 'ਚ। ਪਰ ਸਾਧ ਸੰਗਤ ਜੀ, ਬੱਚਾ ਭਾਵੇਂ 70 ਸਾਲ ਦਾ ਹੋ ਜਾਏ ਤੇ ਮਾਂ ਹੋਏ 90 ਸਾਲ ਦੀ, ਤਾਂ ਵੀ ਮਾਂ ਆਪਣੇ ਬੱਚਿਆਂ ਨੂੰ ਚੇਤੇ 'ਚ ਰੱਖਦੀ ਆ। ਇਹਨੂੰ ਕਹਿੰਦੇ ਧਿਆਨ ਕਰਨਾ। ਉਹ ਬੱਚੇ ਵਿਚਖਣ ਨੇ, ਉਹ ਸੰਤ ਨੇ, ਉਹ ਭਗਤ ਨੇ ਜਿਹੜੇ ਆਪਣੇ ਕਰਤੇ ਨੂੰ ਧਿਆਨ ਦੇ ਵਿੱਚ ਰੱਖਦੇ ਨੇ, ਚੇਤੇ 'ਚ ਰੱਖਦੇ ਨੇ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਫਿਰ ਬਖਸ਼ਿਸ਼ ਹੋ ਜਾਂਦੀ ਹੈ। ਜਦੋਂ ਭਗਤ ਸੰਤ ਬਣ ਜਾਂਦਾ ਜਾਂ ਸੱਚਾ ਭਗਤ ਰੱਬ ਨਾਲ ਪਿਆਰ ਕਰਦਾ ਤੇ ਅਕਾਲ ਪੁਰਖ ਵਾਹਿਗੁਰੂ ਫਿਰ ਬਖਸ਼ਿਸ਼ ਕਰਦੇ ਨੇ। ਕਾਹਦੀ ਬਖਸ਼ਿਸ਼? ਜਿਹੜਾ ਸਰੀਰ ਦੇ ਵਿੱਚ ਅੰਮ੍ਰਿਤ ਹੈ ਉਹਦਾ ਰਸ ਆਉਣਾ ਸ਼ੁਰੂ ਹੋ ਜਾਂਦਾ। ਜੋ ਪਰਮਾਤਮਾ ਦਾ ਨਾਮ ਹੈ, ਅੰਮ੍ਰਿਤ ਰੂਪੀ ਨਾਮ ਸਰੀਰ ਦੇ ਵਿੱਚ, ਉਹਦਾ ਰਸ ਆਉਣਾ ਸ਼ੁਰੂ ਹੋ ਜਾਂਦਾ। ਗੁਰੂ ਰਾਮਦਾਸ ਜੀ ਮਹਾਰਾਜ ਰਹਿਰਾਸ ਸਾਹਿਬ ਦੀ ਬਾਣੀ ਦੇ ਵਿੱਚ ਫਰਮਾਉਂਦੇ ਨੇ, ਉਹ ਰਸ ਪ੍ਰਾਪਤ ਕਰਨ ਵਾਸਤੇ ਇਹ ਦੁਨੀਆ ਦੇ ਵਿੱਚ ਆਏ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਉਹ ਜਲ ਦੇ ਕਾਰਨ, ਅੰਮ੍ਰਿਤ ਦੇ ਕਾਰਨ, ਉਹਦੀ ਪ੍ਰਾਪਤੀ ਕਰਨ ਵਾਸਤੇ ਅਸੀਂ ਦੁਨੀਆ 'ਚ ਆਏ ਹਾਂ। ਜਿਸ ਜਲ ਨਿਧ ਕਾਰਨ ਹਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ ਨੇ, ਜਿਨ੍ਹਾਂ ਨੂੰ ਅੰਮ੍ਰਿਤ ਦਾ ਰਸ ਨਹੀਂ ਆਇਆ ਉਹਨਾਂ ਦਾ ਜੀਵਨ ਵਿਅਰਥ ਹੋ ਗਿਆ। ਜਿਨ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਕ ਜੀਵੈ ਤ੍ਰਿਕ ਜੀਵਾਸ। ਸੋ ਗੁਰੂ ਦੇ ਦਰ ਤੇ ਆਉਣ ਦਾ ਇੱਕ ਉਦੇਸ਼ ਹੈ, ਆਪਣੇ ਸਰੀਰ ਦੇ ਵਿੱਚ ਜੋ ਅੰਮ੍ਰਿਤ ਹੈ ਉਹ ਪ੍ਰਗਟ ਹੋ ਜਾਏ, ਉਹਦੀ ਪ੍ਰਾਪਤੀ ਹੋ ਜਾਏ। ਉਹੀ ਸੱਚਾ ਭੋਜਨ ਹੈ। ਸੰਤ ਜਨਾਂ ਕੀ ਧੂਰ ਮਸਤਕ ਲਾਇਆ,
ਸੰਤਾਂ ਦੀ ਜਿਹੜੀ ਧੂੜ ਹੈ, ਭਾਵ ਨਿਮਰਤਾ ਦੇ ਨਾਲ ਸੰਤਾਂ ਦੇ ਬਚਨ ਸੁਣਨੇ, ਗੁਰਮੁਖਾਂ ਦੇ ਬਚਨ ਸੁਣਨੇ, ਉਹਨਾਂ ਨੂੰ ਪ੍ਰਵਾਨ ਕਰਨਾ। ਧੂੜ ਨੂੰ ਮਸਤਕ ਤੇ ਲਾਉਣ ਦਾ ਭਾਵ ਨਿਮਰਤਾ ਸਹਿਤ ਸੰਤਾਂ ਦੀ ਸੰਗਤ ਕਰਨੀ, ਗੁਰਮੁਖਾਂ ਦੀ ਸੰਗਤ ਕਰਨੀ, ਗੁਰਬਾਣੀ ਦਾ ਵਿਚਾਰ ਕਰਨਾ ਅਤੇ ਉਹਨੂੰ ਮੱਥੇ 'ਤੇ ਪ੍ਰਵਾਨ ਕਰ ਲੈਣਾ, ਖਿੜੇ ਮੱਥੇ ਪ੍ਰਵਾਨ ਕਰਨਾ। ਜੋ ਗੁਰੂ ਨੇ ਕਿਹਾ ਉਹਨੂੰ ਮੰਨਣਾ। ਇਸ ਤਰ੍ਹਾਂ ਗੁਰੂ ਮਹਾਰਾਜ ਸਾਨੂੰ ਇੱਕ ਗਰੰਟੀ ਦਿੰਦੇ ਨੇ, ਵਿਸ਼ਵਾਸ ਬਖਸ਼ਿਸ਼ ਕਰਦੇ ਨੇ। ਨਾਨਕ ਭਏ ਪੁਨੀਤ ਹਰ ਤੀਰਥ ਨਹਾਇਆ, ਤੁਸੀਂ ਪੁਨੀਤ ਹੋ ਜਾਓਗੇ। ਪੁਨੀਤ ਦਾ ਭਾਵ ਪਵਿੱਤਰ, ਕਿਉਂਕਿ ਜਿਹੜਾ ਸਾਡੇ ਸਰੀਰ ਦੇ ਵਿੱਚ ਅੰਮ੍ਰਿਤ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਤੀਰਥ ਹੈ, ਸਰੋਵਰ ਹੈ ਅੰਦਰ ਸਰੀਰ ਦੇ ਵਿੱਚ, ਜਿਹਦੇ ਵਿੱਚ ਫਿਰ ਮਨ ਇਸ਼ਨਾਨ ਕਰਦਾ। ਗੁਰੂ ਮਹਾਰਾਜ ਫਰਮਾਉਂਦੇ ਹਨ ਬਾਣੀ ਦੇ ਵਿੱਚ, ਤੀਰਥ ਨਹਾਵਣ ਜਾਓ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਿਸ ਤਰ੍ਹਾਂ ਅਸੀਂ ਸ਼ਬਦ ਦਾ ਵਿਚਾਰ ਕਰਾਂਗੇ, ਜੋ ਗੁਰੂ ਨੇ ਕਿਹਾ ਉਹਨੂੰ ਮੰਨਾਂਗੇ, ਅਤੇ ਅੰਦਰ ਦਾ ਜਿਹੜਾ ਤੀਰਥ ਹੈ ਉਹ ਪ੍ਰਗਟ ਹੋ ਜਾਏਗਾ। ਉਹ ਤੀਰਥ ਨੂੰ ਸਤਿਗੁਰਾਂ ਨੇ ਨਾਮ ਕਹਿ ਕੇ ਸੰਬੋਧਿਤ ਕੀਤਾ। ਜਿੱਦਾਂ ਅਸੀਂ ਕਹਿੰਦੇ ਹਾਂ ਨਾਨਕ ਨਾਮ ਮਿਲੇ ਤਾਂ ਜੀਵਾਂ। ਅਸੀਂ ਬਾਣੀ ਪੜ੍ਹਦੇ ਹਾਂ, ਗੁਰੂ ਦੀ ਬਾਣੀ ਪੜ੍ਹਦੇ ਹਾਂ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਭਾਵ ਜਦੋਂ ਅੰਦਰ ਦਾ ਤੀਰਥ, ਅੰਦਰ ਦਾ ਅੰਮ੍ਰਿਤ ਪ੍ਰਗਟ ਹੋ ਜਾਏਗਾ, ਸੁਰਤ ਸ਼ਬਦ ਨਾਲ ਜੁੜ ਜਾਏਗੀ, ਅਨਹਤ ਬਾਣੀ ਦਾ ਗਿਆਨ ਹੋ ਜਾਏਗਾ ਗੁਰੂ ਦੀ ਮਤ ਦੇ ਅਨੁਸਾਰ, ਅਤੇ ਉਦੋਂ ਫਿਰ ਸਾਧ ਸੰਗਤ ਜੀ ਜੀਵਨ ਦੀ ਸਫਲਤਾ ਹੈ। ਗੁਰੂ ਰਾਮਦਾਸ ਜੀ ਦਾ ਇੱਕ ਹੋਰ ਸ਼ਬਦ ਹੈ, ਬੜੇ ਪਿਆਰ ਨਾਲ ਸਮਝਾਇਆ ਭਈ ਗੁਰਦੁਆਰੇ ਆਉਂਦੇ ਹੋ ਅਤੇ ਸਾਡਾ ਕੀ ਮਕਸਦ ਆ। ਗੁਰਮਤ ਨਗਰੀ ਖੋਜ ਖੋਜਾਈ, ਹਰ ਹਰ ਨਾਮ ਪਦਾਰਥ ਪਾਈ। ਗੁਰਦੁਆਰੇ ਤਾਂ ਅਸੀਂ ਆਏ ਹਾਂ ਵੀ ਗੁਰੂ ਦੀ ਮੱਤ ਲੈ ਕੇ ਸਰੀਰ ਰੂਪੀ ਨਗਰੀ ਨੂੰ ਖੋਜੀਏ, ਅਤੇ ਉੱਥੇ ਕੀ ਪ੍ਰਾਪਤ ਹੋਏਗਾ? ਹਰ ਹਰ ਨਾਮ ਪਦਾਰਥ ਪਾਈ। ਮੇਰੇ ਮਨ ਹਰ ਹਰ ਸ਼ਾਂਤ ਵਸਾਈ। ਸ਼ਾਂਤ ਹੋ ਗਿਆ, ਤ੍ਰਿਪਤੀ ਹੋ ਗਈ। ਤ੍ਰਿਸ਼ਨਾ ਅਗਨ ਬੁਝੀ ਖਿਨ ਅੰਤਰ, ਗੁਰ ਮਿਲੀਏ ਸਭ ਭੁੱਖ ਗਵਾਈ। ਗੁਰਦੁਆਰੇ ਆ ਕੇ ਗੁਰੂ ਦੀ ਮੱਤ ਲੈ ਕੇ ਉਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਸ਼ਾਂਤੀ ਪ੍ਰਾਪਤੀ ਹੁੰਦੀ ਹੈ। ਅਤੇ ਫਿਰ ਗੁਰਦੁਆਰੇ ਦੇ ਵਿੱਚ ਵਾਦ ਵਿਵਾਦ ਨਹੀਂ ਹੋਣਾ ਚਾਹੀਦਾ। ਘਰਾਂ ਦੇ ਵਿੱਚ ਵਾਦ ਵਿਵਾਦ ਨਹੀਂ ਹੋਣਾ ਚਾਹੀਦਾ। ਇੱਥੇ ਸਾਡਾ ਥੋੜ੍ਹਾ ਜਿਹਾ ਸੰਕੋਚ ਹੁੰਦਾ ਵੀ ਗੁਰੂ ਅੱਗੇ ਅਸੀਂ ਕੋਈ ਗੱਲਬਾਤ ਉੱਚੀ ਗੱਲ ਨਾ ਕਰੀਏ, ਪਰ ਸਾਧ ਸੰਗਤ ਜੀ ਘਰ ਦੇ ਵਿੱਚ ਕਰ ਲੈਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਵੀ ਪਰਮਾਤਮਾ ਸਾਡੇ ਅੰਦਰ ਹੈ ਅਤੇ ਸਾਡਾ ਸਰੀਰ ਵੀ ਇੱਕ ਹਰਮੰਦਰ ਹੈ। ਇਹ ਸਰੀਰ ਹਰਮੰਦਰ ਹੈ ਅਤੇ ਉੱਥੇ ਵਾਹਿਗੁਰੂ ਬੈਠਾ, ਉੱਥੇ ਅਸੀਂ ਉੱਚਾ ਬੋਲ ਲੈਂਦੇ ਹਾਂ। ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੈ, ਅਸੀਂ ਥੋੜ੍ਹਾ ਸੰਕੋਚ ਕਰਦੇ ਹਾਂ, ਥੋੜ੍ਹਾ ਜਿਹਾ। ਕਈ ਵਾਰੀ ਸੰਕੋਚ ਤੋਂ ਬਾਹਰ ਹੋ ਜਾਂਦਾ ਇਨਸਾਨ। ਸੋ ਗੁਰੂ ਮਹਾਰਾਜ ਰਹਿਮਤ ਕਰਨ, ਅਸੀਂ ਪ੍ਰਭੂ ਨੂੰ ਹਰ ਥਾਈਂ ਜਾਣੀਏ ਵੀ ਮਹਾਰਾਜ ਜਿੱਥੇ ਹੋ ਜਾਈ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈ। ਜਿੱਥੇ ਜਾਣਾ ਉੱਥੇ ਤੂੰ ਮਾਲਕ ਆਪ ਹੈ। ਮੇਰੇ ਜੀਵਨ ਦੇ ਵਿੱਚ ਸੰਜਮ ਅਤੇ ਪਿਆਰ ਹੋਣਾ ਚਾਹੀਦਾ। ਬਖਸ਼ਿਸ਼ ਕਰ। ਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਗੁਰਦੁਆਰੇ ਬਹੁਤ ਆਉਂਦੇ ਹਨ, ਪਰ ਸਤਿਗੁਰ 'ਤੇ ਭਰੋਸਾ ਨਹੀਂ ਹੁੰਦਾ। ਅੰਤਰ ਅਗਿਆਨ, ਹੁਣ ਇੱਥੋਂ ਸ਼ਬਦ ਦੀ ਸ਼ੁਰੂਆਤ ਹੈ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀਂ। ਪ੍ਰਤੀਤ ਭਾਵ ਭਰੋਸਾ। ਸਤਿਗੁਰੂ 'ਤੇ ਭਰੋਸਾ ਹੀ ਨਹੀਂ। ਇਨਸਾਨ ਕਹਿੰਦਾ ਵੀ ਮੈਂ ਇੰਡੀਆ ਜਾ ਕੇ ਬਾਬੇ ਨੂੰ ਮਿਲਣਾ,
पर सब तो वड्डा महापुरख तुहाडे नाल है, तुहाडे अंदर है। तां ही गुरु महाराज सानू बार बार कहते, काहे रे बन खोजन जाई, सरब निवासी सदा अलेपा तो ही संग समाई। तेरे अंदर वाहिगुरु है ते तू खोजदा बाहर। संगत कर गुरमुख प्यारियां दी ज्ञान प्राप्त करने वास्ते। अजकल तो साध संगत जी काम बहुत सौखा, इंटरनेट ते कथा रिकॉर्ड हुई है घंटिया की, सुनी जाओ। हुण दास पिछे हॉलीडे ते गया सी स्पेन दे विच, ते उत्थे हुण टैक्नोलॉजी है ना, तकनीक जिहड़ी वायरलैस हैडफोन मोबाइल फोन तो कथा का प्रवाह चलता सी सारा दिन। भावें बाहर बीच ते घूमना पर कन्ना नाल कथा सुननी। बहुत तरक्की कर ली साइंस ने ते सानू फायदा उठाना चाहिए। हुण तरक्की करके सिख चैनल के माध्यम राही तुसी विचार सुनते अपने घरां दे विच। सो अपने टाइम नू अजाया ना गवाओ, हर पल हर श्वास उस वाहिगुरू नू चेते रखो। सो गुरु महाराज फरमाते ने, जे सतगुरु ते भरोसा नहीं तो ज्ञान की प्राप्ति नहीं हो सकती। प्रिथी चंद गुरु रामदास महाराज का वड्डा सपुत्र ईरखा करता रहा, ज्ञान नहीं सी, सतगुरु ते भरोसा नहीं सी। भी सतगुरु ने फैसला लिया भी गुरगद्दी गुरु अर्जन देव महाराज सब तो छोटे सपुत्र नूं देनी है, तो भरोसा ही नहीं। अपने पिता जी नूं चैलेंज करता, सतगुरु नूं चैलेंज करता, तो साध संगत जी ब्रह्म ज्ञान की प्राप्ति नहीं हुई। मत मध्यम। हुण सारे कहते भी प्रिथी चंद माड़ा सी, कौन कहता चंगा सी। हालांकि सतगुरु के घर दे विच जन्म लिया, सतगुरुआं दी गोद दे विच खेडिया, संगत दे नाल मिल बैठ के नाम जपिया, फिर भी साध संगत जी मूड़ दे मूड़ रह गए, ज्ञान नहीं प्राप्त होया। अंतर अंदर कपट सब कपटों कर जाना, कपटे खपे कपाई। जिन्होंने सतगुर ते भरोसा नहीं, उन्होंने अंदर कपट होंदी। कपट का भाव होंदा भी धोखा फरेब, भी गुरगद्दी मैनू मिल जाए, भी मैं प्रधान बन जा, मैं चीफ मिनिस्टर बन जा, तो होर लोगों लताड़ के बन जा, कोई गल नहीं। इनू कहते कपट, धोखा। जिन्होंने सतगुर ते भरोसा नहीं, उन्होंने हिरदे विच कपट रहेगी। झूठ बोलन तो कोई गुरेज नहीं करनगे, ते फिर खपदे ने। इत्थे हुंदा सी सिंह साध संगत जी, वो कहंदा मैं सारी उम्र झूठ मारिया, बड़ा बीमार सी। कहंदा मैं सतगुरु अगे अरदास करदा, बड़ा खपिया मैं जिंदगी च, जवानी दे विच झूठ मारिया, गलत काम कीते, हुण खपदा, मेरे मालका किरपा कर, हुण सवास कढ लै, क्योंकि यह देही दे विच दुख नहीं सहारिया जाता। सतगुर का भाणा चित न आवै, अपने स्वाए फिराई, किरपा करे जे अपनी तां नानक शब्द समाही। जे ओदी किरपा हो जाए मालक दी, सारे पाप खिन पीतर दे विच माफ हो जाते हैं। गुरु महाराज रहमत करन। बाकी का समा प्यार दे नाल अंग्रेजी दे विच विचार श्रवण करना। टाइम की घाट करके पूरे हुक्मनामे की व्याख्या नहीं हो सकी, पर सारांश सतगुਰਾਂ ने सानू समझाया, मुख उपदेश सानू सतगुਰਾਂ ने समझाया भी सतगुर ते भरोसे दे नाल ही जीवन की सफलता है ते अमृत की प्राप्ति है। So today's हुक्मनामा is blessing from Sachkhand Sri Harmandir Sahib, composition of Dhan Dhan Guru Ramdas Ji Maharaj, the fourth Satguru, fourth embodiment of Dhan Dhan Guru Nanak Dev Ji Maharaj, who carried forward the mission of Khalsa Panth. So Guru Maharaj reveals that it is good to be holy. It's good to visit Gurdwara or sacred places.
churches, mosque, temples is good. Because your intention is right, that you want happiness in your life. You want to abide in heavens. In other words, you want to live a very comfortable and joyful life. Good intention. But Guru Maharaj, when he looked at the number of people who visited the Gurdwara, and only fraction of them benefited from coming to Gurdwara. And Guru Maharaj reveals that. So what was the reason? What is the reason people visit sacred places, but still they are jealous, they are full of greed, they are full of cruelty. There is no kindness in their hearts. What's the reason? So first of all, in the Podi Shabad, so Hukamnama has 3 parts. Last part is Podi. Podi means step. So Guru Maharaj reveals the very purpose of coming to Gurdwara. Sant Bhagat Parvan Jo Prabh Paya. Those saints and devotees, they are blessed, they are approved, who are pleasing to God. Because people have their own saints, Mahapurakh, nominated. But we don't know where they stand. We can look at a person from outside, looks very clean, very shiny, very graceful, but we do not know what is passing through that person's mind. That's why there have been so many cases of abuse, child abuse, and it is being done by so-called holy people, but they are fake. So those devotees are approved, blessed, who are pleasing to God. Sei bichakhan jant jini harte aya. Bichakhan means wise, who have divine knowledge, Brahm Gyan. Those human beings, they are blessed with the Brahm Gyan, who meditate upon only one God, who is formless. It's like a mother. It's so amazing. The love of mother for a child never ends. When child is a baby, mother has monitor fitted in the room. So when child needs her, mother is there. Mother keeps the baby in her conscience. When baby turns into adult, even gets older, say 60, 70-year-old, still mother remembers all her children. This is how you remember God. You keep God in your dhyan, in your focus, in your conscience. So those who do that, they are blessed with the Brahm Gyan. Guru Maharaj reveals in Shabad, Dukh Panjan Tera Naam ji, Dukh Panjan Tera Naam, Aath Pair Aradhya Puran Satgur Gyan. Amazing. If you keep God in your conscience 24 hours a day, you will be blessed with the Puran Gyan, the true wisdom, the Brahm Gyan. And we need that Brahm Gyan. We need to be saint, a true devotee of God, to be able to merge with God. I see a lot of people, they start worshipping human beings as Mahapurakh, as saints, but they never think they have to become saint, Mahapurakh, Brahm Gyani, to be able to merge with God. Look after yourself. Amrit naam nidhan bhojan khaya.
So coming to Guru's sanctuary, coming to a sacred place, you acquire the wisdom. You meditate upon one God, and the Amrit, the lake of nectar which is present within the body, is revealed to you. And you enjoy that pleasure of divine nectar, the Amrit, the name of God, which is exactly same as meeting God. In other words, when you come to a sacred place, the objective is to realize your Creator within yourself, so that you can act and think like Creator. You are compassionate like Creator. Our Creator Lord is so compassionate. People who are atheists, who disregard God, God still provides for them, sustains them. If we had control over the oxygen, we don't like so many people, and we're going to switch off the oxygen supply to those people. Half the population will be dead, which means we are not like God. God provides for everyone, whether a person is a devotee or atheist. It's like air. Air blows on rich and poor the same way. That is the quality of a Brahmagyani. Sun provides the heat and energy to everyone, irrespective of one being animal, human being, plant. Sun doesn't distinguish. And that quality is quality of Brahmagyani. So coming to the Gurdwara, coming to sacred places, means you acquire and reflect divine qualities. Sant jana ki tur mastak laya, the feet dust of the saint should be applied on the forehead. Now this is the literal meaning, but it implies that you should be humble. With humility, you should do the company of the holy, acquire the knowledge and accept. Practice in your life. What Guru tells you, practice that. What is Sat Sangat? Where you meditate upon the Gurbani, where you do the Gurbani Vichar, that is Sat Sangat. When you think about God, that is company of the holy, because God is holiest of holy. So in this Sat Sangat, the divine nectar will be revealed within the body. Nanak paye puneet har tirath naya. Tirath means a sacred pool, a place of pilgrimage. Then you will have a bath. Your mind will be cleaned in that pool of nectar within your body. That is God's residence. That's where God abides. Guru Maharaj reveals in the Bani, a lot of people go to the pilgrimage, but they do not realize the true pilgrimage is your journey inside your body. तीर्थ नामन जाओ, तीर्थ नाम है, तीर्थ शब्द विचार अंतर ज्ञान है. It doesn't mean you don't go to Tirath, don't go to Harmandir Sahib. It means you visit these sacred holy places so that you can realize the true pilgrimage within yourself. So Guru Maharaj reveals, people who do not have faith in the Guru, they waste their time and other people's time. So that's how Hukamnama begins. Antar agyan pai mat maddam, Satguru ki pratit nahi. Those who do not have the pratit, the faith in the true Guru, they never acquire the Brahma Gyan. They remain ignorant.
Pai mat maddam. Mat means intellect, maddam means dull. God takes away their wisdom. They blab. They fall in arguments. Saad Sangat ji, all the sevadars in the Gurdwara, all the Sangat in the Gurdwara, if they follow Guru in true sense, if they have faith in the Guru, there will be so much love in the Gurdwaras. There won't be any arguments. Where there are arguments, it means there is a lack of Brahm Gyan, absence of Brahm Gyan. Andar kapat sab kapto kar jana, kapte khape kapahi. Kapat means deception. So those who do not have faith in the Guru, they suffer from deception. They cheat with other people, they deceive other people, and they ruin their life and they ruin other people's life. Satgur ka bhana chit na aave apne swaye frai. These people are selfish. Apne swaye means to be selfish. They go around for the sake of their own benefit. Super example. From the history, Guru Ram Das's 3 sons, older one Baba Prithi Chand, middle one Baba Mahadev Ji, and third one Guru Arjan Dev Ji Maharaj. When Tan Guru Ram Das Ji Maharaj decided to pass on the Guruship to Guru Arjan Dev Ji, the youngest son, Baba Prithi Chand, the older one, didn't like it. Now see the difference. He did not accept and acknowledge the decision made by the true Guru, Guru Ram Das Ji. He didn't have the faith. So he started complaining. He went to Jahangir, the Mughal king, and complained that I was the rightful successor to be the next Guru, but Guruship has been given to the youngest brother, Guru Arjan Dev Ji. Can you help me, please? Saad Sangat Ji, that became the reason, one of the reasons for assassination of Guru Arjan Dev Ji. So he contributed to the assassination of Guru Arjan Dev Ji Maharaj. So because of that selfish nature, he did not accept Guru's will and ended up committing sin, ruining his own life. And he also ruined life of so many other people who followed him. So that is what Guru Maharaj is revealing in today's Hukamnama. The purpose of coming to Gurdwara is to focus on yourself, pray to God, so that the true treasure of God's presence, the divine nectar, the God's name, the God's wisdom and power can be revealed and manifested in your life. Kirpa kare je apni ta Nanak Shabad Samahi. If Almighty God accepts your prayer because you are honest, you are sincere, Almighty God forgives. That is His beautiful nature. He will forgive you instantly and take away all your sins from the past, and you will merge with the Creator. Creator is pervading throughout the creation in the form of Shabad, divine word. Your consciousness will merge with the Shabad. Kirpa kare je apni ta Nanak Shabad Samahi. Through the Shabad, you will merge with the Creator. Creator is word. So may Satguru bless you all. Have a great day. Forgive all the mistakes. Vaheguru Ji ka Khalsa, Vaheguru Ji ki Fateh.